ਸਤਿਕਾਰਯੋਗ ਭੈਣੋ ਤੇ ਭਰਾਓ, ਭਾਰਤ ਅੰਦਰ ਕੌਮਸ ਲਹਿਰ ਕਮਜ਼ੋਰ ਹੋਣ ਤੇ ਬਹੁਤ ਸਾਰੇ ਲੋਕ ਚਿੰਤਤ ਆ ਔਰ ਇਹ ਚਿੰਤਾ ਲਾਜ਼ਮੀ ਆ ਕਿਉਂਕਿ ਕਮਿਊਨਿਸਟਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿੱਚ ਔਰ ਆਜ਼ਾਦੀ ਮਿਲਣ ਤੋਂ ਬਾਅਦ ਦੇਸ਼ ਦੀਆਂ ਨੀਤੀਆਂ ਨੂੰ ਮਜ਼ਦੂਰਾਂ ਪੱਖ ਦੇ ਕਿਸਾਨਾਂ ਦੇ ਪੱਖ ਵਿੱਚ ਲਿਆਉਣ ਖਾਤਰ ਔਰ ਉਹਨਾਂ ਦੀਆਂ ਮੰਗਾਂ ਲਈ ਬੜੀਆਂ ਵੱਡੀਆਂ ਲੜਾਈਆਂ ਲੜੀਆਂ, ਜਿੱਤਾਂ ਵੀ ਪ੍ਰਾਪਤ ਕੀਤੀਆਂ ਔਰ ਕਈ ਵਾਰੀ ਜਿੱਤਾਂ ਪ੍ਰਾਪਤ ਨਹੀਂ ਵੀ ਹੋਈਆਂ, ਲੇਕਿਨ ਕੁਰਬਾਨੀਆਂ ਕਰਨ ਦੇ ਮਸਲੇ ਤੋਂ ਜਨਤਕ ਘੋਲ ਚਲਾਉਣ ਦੇ ਸਵਾਲ ਦੇ ਉੱਤੇ ਕਮਿਊਨਿਸਟ ਬਾਕੀ ਲੋਕਾਂ ਨਾਲੋਂ ਮੋਹਰੀ ਰਹੇ ਆ। ਇਸ ਕਰਕੇ ਉਸ ਲਹਿਰ ਦਾ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਕਮਜ਼ੋਰ ਹੋਣਾ ਇਹ ਲਾਜ਼ਮੀ ਦੁਖਦਾਈ ਆ ਔਰ ਲੋਕਾਂ ਨੂੰ ਚਿੰਤਾ ਦਾ ਕਾਰਨ ਵੀ ਆ। ਅੱਜ ਦੇ ਸਮੇਂ 'ਚ ਖਾਸ ਤੌਰ 'ਤੇ ਜਦੋਂ ਦੇਸ਼ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਿਹਾ, ਜਿੱਦਾਂ 47 'ਚ ਅਸੀਂ ਗੁਲਾਮੀ ਤੋਂ ਬਾਅਦ ਆਜ਼ਾਦੀ ਦੇ ਦੌਰ ਵਿੱਚ ਦਾਖਲ ਹੋਏ ਹਾਂ, ਭਾਵੇਂ ਕਿ ਉਹ ਆਜ਼ਾਦੀ ਸਰਮਾਏਦਾਰ ਜਗੀਰਦਾਰ ਜਮਾਤਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਆਜ਼ਾਦੀ ਬਣੀ ਬਾਅਦ 'ਚ, ਪਰ ਉਹ ਆਜ਼ਾਦੀ ਤਾਂ ਸੀ ਇੱਕ ਪੁਰਾਣਾ ਜਿਹੜਾ ਇੱਕ 47 ਤੱਕ ਦਾ ਸੀ ਇੱਕ ਨਕਸ਼ਾ, ਉਹ 47 ਤੋਂ ਬਾਅਦ ਇੱਕ ਬਦਲ ਗਿਆ। ਇਸੇ ਤਰ੍ਹਾਂ ਅੱਜ ਜਦੋਂ 7 ਸਾਲ ਪਹਿਲਾਂ ਮੋਦੀ ਗੱਦੀ 'ਤੇ ਆਇਆ ਤਾਂ ਦੇਸ਼ ਦੀ ਰਾਜਨੀਤੀ ਵਿੱਚ ਇੱਕ ਬੁਨਿਆਦੀ ਤਬਦੀਲੀ ਹੋਈ, ਕੁਆਲੀਟੇਟਿਵ ਚੇਂਜ ਕਹਿ ਸਕਦੇ ਹੋ। ਇਹ ਇਕੱਲਾ ਸਰਮਾਏਦਾਰ ਜਗੀਰਦਾਰ ਜਮਾਤਾਂ ਦਾ ਰਾਜ ਨਹੀਂ ਰਿਹਾ ਇਕੱਲਾ, ਬਲਕਿ ਇੱਕ ਫਿਰਕੂਫਾਸ਼ੀ ਕਿਸਮ ਦਾ ਰਾਜ ਭਾਗ ਬਣ ਗਿਆ। ਇਸ ਦੇਸ਼ ਦੀ ਜਿਹੜੀ ਜਮਹੂਰੀਅਤ ਦੀ ਧਰਮ ਨਿਰਪੱਖਤਾ ਦੀ ਪਰੰਪਰਾ ਤੋੜ ਕੇ ਮੋਦੀ ਇਸ ਦੇਸ਼ ਨੂੰ ਇੱਕ ਧਰਮ ਆਧਾਰਿਤ ਦੇਸ਼ ਬਣਾਉਣਾ ਚਾਹੁੰਦਾ ਹੈ। ਹਿੰਦੂ ਰਾਸ਼ਟਰ ਉਹਦਾ ਨਾਮ ਆ। ਉਹਦੀ ਵਿਚਾਰਧਾਰਾ ਸਨਾਤਨੀ ਵਿਚਾਰਧਾਰਾ ਆ, ਦਕਿਆਨੂਸੀ ਵਿਚਾਰਧਾਰਾ ਆ, ਜਿਹੜੀ ਵਿਚਾਰਧਾਰਾ ਦਲਿਤਾਂ ਨਾਲ ਜ਼ੁਲਮ ਕਰਦੀ ਆ, ਜਿਹੜੀ ਵਿਚਾਰਧਾਰਾ ਔਰਤਾਂ ਨੂੰ ਨੀਵੇਂ ਦਰਜੇ ਦਾ ਦਿਖਾਉਂਦੀ ਆ, ਜਿਹੜੀ ਵਿਚਾਰਧਾਰਾ ਦੂਜੇ ਧਰਮਾਂ ਦੇ ਲੋਕਾਂ ਨਾਲ ਨਫ਼ਰਤ ਦਾ ਪਾਠ ਪੜ੍ਹਾਉਂਦੀ ਆ, ਜਿਹੜੀ ਵਿਚਾਰਧਾਰਾ ਸਾਇੰਸ ਦੇ ਵਿਰੁੱਧ ਆ, ਉਸ ਵਿਚਾਰਧਾਰਾ ਦੇ ਨਾਲ ਇਸ ਦੇਸ਼ ਵਿੱਚ ਇੱਕ ਹਿੰਦੂ ਰਾਸ਼ਟਰ ਦੀ ਕਾਇਮੀ ਵਾਸਤੇ ਮੋਦੀ ਤੇ BJP ਵਾਲੇ ਬਹੁਤ ਐਕਟਿਵ ਆ ਔਰ ਬਹੁਤ ਹੱਦ ਤੱਕ ਉਹ ਅੱਗੇ ਵੱਧ ਗਏ ਇਸ ਗੱਲ ਵਿੱਚ। ਇੱਕ ਵੱਖਰਾ ਵਿਸ਼ਾ ਇਸ ਸੰਦਰਭ ਦੇ ਵਿੱਚ ਕਮਿਊਨਿਸਟਾਂ ਦਾ ਕਮਜ਼ੋਰ ਹੋਣਾ ਹੋਰ ਵੀ ਚਿੰਤਾ ਤੋਂ ਰਿਹਾ। ਫਿਰਕੂਫਾਸ਼ੀਵਾਦ ਦਾ ਮੁਕਾਬਲਾ ਕਰਨ ਵਾਸਤੇ ਕਮਿਊਨਿਸਟ ਇਕੱਲਿਆਂ ਨੇ ਨਹੀਂ ਕਰ ਸਕਣਾ, ਇਹਦੇ ਨਾਲ ਜਿਹੜੇ ਦੂਜੇ ਲੋਕ ਆ, ਜਮਹੂਰੀ ਲੋਕ ਆ, ਧਰਮ ਨਿਰਪੱਖਤਾ 'ਤੇ ਪਹਿਰਾ ਦੇਣ ਵਾਲੇ ਆ ਔਰ ਬਹੁਤ ਸਾਰੇ ਹੋਰ ਧਾਰਮਿਕ ਘੱਟ ਗਿਣਤੀਆਂ ਦੇ ਲੋਕ ਆ, ਦਲਿਤ ਆ, ਔਰਤਾਂ ਆ, ਉਹਨਾਂ ਨੇ ਵੀ ਇਸ ਫਿਰਕੂਫਾਸ਼ੀਵਾਦ ਦਾ ਮੁਕਾਬਲਾ ਇਕੱਠਿਆਂ ਹੋ ਕੇ ਕਰਨਾ ਹੈ। ਪਰ ਜੇ ਇਸ ਲੜਾਈ ਵਿੱਚ ਕਮਿਊਨਿਸਟਾਂ ਦੀ ਇਕਜੁੱਟਤਾ ਨਹੀਂ ਬਣਦੀ, ਕਮਿਊਨਿਸਟ ਇੱਕ ਵੱਡੀ ਤਾਕਤ ਵਜੋਂ ਇਸ ਘੋਲ 'ਚ ਹਿੱਸਾ ਨਹੀਂ ਪਾਉਂਦੇ, ਤਾਂ ਫਿਰ ਇਸ ਘੋਲ ਦੀ ਸਫਲਤਾ ਉੱਤੇ ਕਈ ਕਿਸਮ ਦੇ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਆ। ਇਸ ਲਈ ਅੱਜ ਦੇ ਸਮੇਂ 'ਚ ਕਮਿਊਨਿਸਟਾਂ ਦਾ ਇਕੱਠਿਆਂ ਹੋਣਾ, ਕਮਿਊਨਿਸਟ ਦਾ ਇਕੱਠੇ ਹੋ ਕੇ ਤਕੜੇ ਹੋਣਾ ਔਰ ਲਹਿਰ ਨੂੰ ਅੱਗੇ ਵਧਾਉਣਾ ਬੜਾ ਜ਼ਰੂਰੀ ਬਣ ਗਿਆ, ਤਾਂ ਕਿ ਲੋਕਾਂ ਦੀ ਰੋਟੀ ਰੋਜ਼ੀ ਦੀ ਰਾਖੀ ਵੀ ਕੀਤੀ ਜਾ ਸਕੇ ਔਰ ਨਾਲ ਹੀ ਜਿਹੜਾ ਦੇਸ਼ ਨੂੰ ਫਿਰਕੂਫਾਸ਼ੀਵਾਦੀ ਤਾਕਤਾਂ ਆਪਣੇ ਕੰਟਰੋਲ 'ਚ ਕਰਕੇ ਇੱਕ ਧਰਮ ਆਧਾਰਿਤ ਦੇਸ਼ ਬਣਾਉਣਾ ਚਾਹੁੰਦੀਆਂ, ਉਹ ਸਾਜ਼ਿਸ਼ ਨੂੰ ਵੀ ਫੇਲ ਕੀਤਾ ਜਾ ਸਕੇ। ਇਸ ਸੰਦਰਭ ਵਿੱਚ ਕਮਿਊਨਿਸਟਾਂ ਦੀ ਏਕਤਾ ਤੇ ਤਕੜੇ ਹੋਣਾ ਬਹੁਤ ਜ਼ਰੂਰੀ ਹੈ। ਇਹਦਾ ਅਰਥ ਇਹ ਵੀ ਨਹੀਂ ਲਿਆ ਜਾਣਾ ਚਾਹੀਦਾ ਬਈ ਕਮਿਊਨਿਸਟ ਜੇ ਇਕੱਠੇ ਹੋ ਗਏ ਤਾਂ ਫਿਰ ਇਕੱਠੇ ਹੋਣ ਨਾਲ ਮਸਲਾ ਹੱਲ ਹੋ ਜਾਣਾ। ਹਾਲੇ ਕਮਿਊਨਿਸਟ ਇਕੱਠੇ ਵੀ ਹੋ ਜਾਣ ਤੇ ਇੱਕ ਬੜੀ ਛੋਟੀ ਸ਼ਕਤੀ ਬਣਦੇ ਆ, ਪਰ ਇਕੱਠੇ ਹੋਣ ਨਾਲ ਲੋਕਾਂ ਦਾ ਭਰੋਸਾ ਵੱਧ ਜਾਂਦਾ ਕਮਿਊਨਿਸਟਾਂ 'ਤੇ ਔਰ ਫਿਰ ਅੱਗੇ ਵਧਣ ਦੇ ਬਹੁਤ ਸਾਰੇ ਮੌਕੇ ਹੋਰ ਮੁਹੱਈਆ ਹੋ ਜਾਂਦੇ ਆ। ਇਸ ਲਈ ਇਕੱਠਿਆਂ ਹੋਣਾ ਤੇ ਇਕੱਠੇ ਹੋ ਕੇ ਫਿਰ ਮੁੜ ਕੇ ਸੰਘਰਸ਼ਾਂ ਨਾਲ ਅੱਗੇ ਵਧਣਾ ਇਹ ਉਦੋਂ ਵੀ ਜ਼ਰੂਰੀ ਆ, ਲੇਕਿਨ ਬੁਨਿਆਦੀ ਗੱਲ ਇਹ ਆ ਵਿੱਚ ਕਮਿਊਨਿਸਟਾਂ ਨੂੰ ਇਕਜੁੱਟ ਹੋਣਾ ਚਾਹੀਦਾ। ਕਮਿਊਨਿਸਟ ਅਲੱਗ-ਅਲੱਗ ਕਿਉਂ ਹੋਏ ਆ, ਇਹਦੇ ਬਾਰੇ ਬੜੇ ਇਤਿਹਾਸਕ ਕਾਰਨ ਆ, ਬੜੇ ਵਾਜਬ ਕਾਰਨ ਵੀ ਆ। ਕਈ ਕਾਰਨ ਸਮੇਂ ਦੇ ਮੁਤਾਬਕ ਸਮੇਂ ਦੇ ਅੱਗੇ ਜਾਣ ਦੇ ਨਾਲ ਉਹ ਕਾਰਨ ਅਰਥਹੀਣ ਰਹਿ ਗਏ ਆ, ਕਈ ਕਾਰਨ ਹਾਲੇ ਵੀ ਸਟੈਂਡ ਕਰਦੇ ਬੜੇ ਵਾਜਬ ਆ। ਉਦਾਹਰਨ ਦੇ ਤੌਰ 'ਤੇ ਫੁੱਟ ਦਾ ਇੱਕ ਕਾਰਨ ਇਹ ਰਿਹਾ ਭਾਰਤੀ ਕੌਮਸ ਲਹਿਰ 'ਚ ਕਿ ਕੀ ਦੇਸ਼ ਨੂੰ ਗੈਰ ਸਰਮਾਏਦਾਰੀ ਲੀਹਾਂ ਦੇ ਤਰੱਕੀ ਕਰਕੇ ਸਮਾਜਵਾਦ ਵੱਲ ਨੂੰ ਲਿਆਂਦਾ ਜਾ ਸਕਦਾ। ਇੱਕ ਰਾਏ ਸੀ CPI ਦੀ। ਅੱਜ ਉਹ ਕਿਉਂਕਿ ਦੁਨੀਆ ਨਕਸ਼ਾ ਬਦਲ ਗਿਆ, ਨਾ ਸਮਾਜਵਾਦੀ ਕੈਂਪ ਰਿਹਾ, ਨਾ ਉਹ ਸੰਭਾਵਨਾਵਾਂ ਰਹੀਆਂ, ਇਸ ਲਈ ਅੱਜ ਉਸ ਮੁੱਦੇ ਉੱਤੇ ਬਹਿਸ ਕਰਨੀ ਠੀਕ ਨਹੀਂ ਹੋਏਗੀ। ਇਹ ਵੀ ਬੜਾ ਵੱਡਾ ਮੁੱਦਾ ਰਿਹਾ ਕਿ ਚੋਣਾਂ 'ਚ ਹਿੱਸਾ ਲੈ ਕੇ ਹੀ ਇਨਕਲਾਬੀ ਲਹਿਰ ਵਿਕਾਸ ਕਰ ਸਕਦੀ ਆ ਕਿ ਜਾਂ ਚੋਣਾਂ ਦਾ ਬਾਈਕਾਟ ਕਰਕੇ ਕਰ ਸਕਦੀ ਆ। ਹੁਣ ਇਹ ਦੋਨੋਂ ਧਿਰਾਂ ਨਹੀਂ ਦਾਅਵਾ ਕਰ ਸਕਦੀਆਂ ਵੀ ਉਹਨਾਂ ਦੇ ਪੈਂਤੜੇ ਨੇ
ਜਿਹੜਾ ਫਲ ਦਿੱਤਾ ਆ, ਰਿਜ਼ਲਟ ਕੱਢਿਆ ਆ, ਉਹ ਕੀ ਤਸੱਲੀ ਬਖਸ਼ ਹੈ ਕਿ ਜਿਨ੍ਹਾਂ ਲੋਕਾਂ ਨੇ ਚੋਣਾਂ 'ਚ ਹਿੱਸਾ ਲਿਆ ਇਸ ਮਕਸਦ ਨਾਲ ਕਿ ਇਹਦੇ ਨਾਲ ਲੋਕਾਂ ਦੀ ਜਾਗਰੂਕਤਾ ਵਧਾਵਾਂਗੇ, ਇਹਦੇ ਨਾਲ ਲੋਕਾਂ ਦੀ ਸੇਵਾ ਜ਼ਿਆਦਾ ਕਰਾਂਗੇ, ਤਾਂ ਫਿਰ ਉਹਨਾਂ ਨੂੰ ਅਗਲੇ ਪੜਾਅ ਲਈ ਤਿਆਰ ਕਰਨ ਵਿੱਚ ਸਾਡਾ ਇਹ ਚੋਣਾਂ ਦਾ ਹਿੱਸਾ ਲੈਣਾ ਮਦਦਗਾਰ ਬਣੇਗਾ। ਇਸ ਮਕਸਦ ਨਾਲ ਲਿਆ ਹਿੱਸਾ ਕਿ ਅੱਜ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਵੀ ਉਹ ਕੀ ਹਿੱਸਾ ਲੈਣ ਦੇ ਨਾਲ ਅਸੀਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ ਹਾਂ ਕਿ ਜਾਂ ਸਾਡੀ ਲਹਿਰ ਪਛਾਣ ਨੂੰ ਆਈ ਆ। ਇਹ ਤਜਰਬਾ ਵੀ ਲੋਕਾਂ ਦੇ ਸਾਹਮਣੇ ਆ, ਇਹ ਵਿਚਾਰਨਾ ਚਾਹੀਦਾ। ਦੂਜੇ ਪਾਸੇ ਜਿਹੜੇ ਲੋਕੀ ਕਹਿੰਦੇ ਸਨ ਵੀ ਬਾਈਕਾਟ ਕਰਕੇ ਚੋਣਾਂ ਦਾ ਲੋਕਾਂ ਨੂੰ ਬਹੁਤ ਤਿਆਰ ਕੀਤਾ ਜਾ ਸਕਦਾ, ਉਹਨਾਂ ਨੂੰ ਵੀ ਅੱਜ ਕੋਈ ਲਗਭਗ 50 ਸਾਲ ਹੋ ਚੱਲੇ ਇਸ ਗੱਲ ਨੂੰ ਕਹਿੰਦਿਆਂ ਨੂੰ, 50 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਵਿਚਾਰ ਕਰਨਾ ਚਾਹੀਦਾ ਵੀ ਕੀ ਚੋਣਾਂ ਦੇ ਬਾਈਕਾਟ ਨਾਲ ਇਨਕਲਾਬੀ ਲਹਿਰ ਦਾ ਵਾਧਾ ਹੋਇਆ ਕਿ ਥੱਲੇ ਨੂੰ ਆਈ ਆ। ਇਹ ਨਾਅਰੇ ਨੇ ਕਾਟ ਕੀਤਾ ਲੋਕਾਂ ਵਿੱਚ ਤੇ ਲੋਕਾਂ ਦਾ ਭਰੋਸਾ ਉੱਡ ਜਾ ਪਾਰਲੀਮਾਨੀ ਸਿਸਟਮ ਤੋਂ, ਤੇ ਲੋਕੀ ਕੋਈ ਗੈਰ ਪਾਰਲੀਮਾਨੀ ਰਾਹ 'ਤੇ ਜਾ ਕੇ ਹੀ ਇਨਕਲਾਬ ਕਰਦਾ ਅੱਗੇ ਵੱਧ ਗਏ ਆ। ਮੈਂ ਸਮਝਦਾ ਕਿ ਵੱਖ-ਵੱਖ ਤਜਰਬੇ ਕੀਤੇ ਕਮਿਊਨਿਸਟਾਂ ਨੇ, ਇਮਾਨਦਾਰੀ ਨਾਲ ਕੀਤੇ ਆ, ਮੈਂ ਇਹ ਵੀ ਨਹੀਂ ਕਹਿੰਦਾ ਬੇਈਮਾਨੀ ਨਾਲ ਕੀਤੇ ਆ, ਲੇਕਿਨ ਕੋਈ ਕਮਿਊਨਿਸਟ ਧਿਰ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਹਦਾ ਤਜਰਬਾ, ਉਹਦਾ ਪ੍ਰੋਗਰਾਮ, ਉਹਦਾ ਸਾਰਾ ਪਿਛਲਾ ਦਾਅ ਪੇਚ ਪੂਰੀ ਤਰ੍ਹਾਂ ਦਰੁਸਤ ਆ ਅਤੇ ਸਿਆਣਪ ਦੀ ਅਜਾਰੇਦਾਰੀ ਉਹਦੇ ਕੋਲ ਆ। ਕੋਈ ਪਾਰਟੀ ਵੀ ਦਾਅਵਾ ਨਹੀਂ ਕਰ ਸਕਦੀ। ਹਾਂ, ਪਾਰਟੀਆਂ ਛੋਟੀਆਂ ਵੱਡੀਆਂ ਹੋ ਸਕਦੀਆਂ, CPM ਵੱਡੀ ਪਾਰਟੀ ਆ, CPI ਛੋਟੀ ਪਾਰਟੀ ਆ, RMPI ਹੋਰ ਛੋਟੀ ਆ, CPIM ਲਿਬਰੇਸ਼ਨ ਇੱਕ ਪਾਰਟੀ ਆ, ਉਹ ਵੀ ਹੈਗੀ ਆ। ਪਾਰਟੀਆਂ ਦੇ ਆਕਾਰ ਵਿੱਚ ਸ਼ਕਤੀ 'ਚ ਫਰਕ ਤਾਂ ਹੋ ਸਕਦਾ, ਲੇਕਿਨ ਇਹ ਕੋਈ ਪਾਰਟੀ ਦਾਅਵਾ ਨਹੀਂ ਕਰ ਸਕਦੀ ਕਿ ਉਹਦੀਆਂ ਨੀਤੀਆਂ, ਉਹਦੇ ਪ੍ਰੋਗਰਾਮ ਅਤੇ ਉਹਦੇ ਦਾਅ ਪੇਚ ਪੂਰੀ ਤਰ੍ਹਾਂ ਇਨਕਲਾਬੀ ਲਹਿਰ ਦੇ ਹਿੱਤਾਂ 'ਚ ਰਹੇ ਆ ਔਰ ਦੇਸ਼ ਐਡਵਾਂਸ ਕੀਤਾ ਇਨਕਲਾਬੀ ਪੱਖ ਤੋਂ। ਇਹ ਦਾਅਵਾ ਕੋਈ ਵੀ ਨਹੀਂ ਕਰ ਸਕਦਾ। ਸਿਆਣਪ ਦੀ ਇਜਾਰੇਦਾਰੀ ਦੇ ਕੋਈ ਕਿਸੇ ਕੋਲ ਨਹੀਂ ਹਨ। ਹਾਂ, ਸਾਰਿਆਂ ਕੋਲ ਬਹੁਤ ਸਾਰੇ ਗੁਣ ਆ, ਸਾਰਿਆਂ ਕੋਲ ਬਹੁਤ ਸਾਰੇ ਤਜਰਬੇ ਆ। ਜੇ ਉਹਨਾਂ ਨੂੰ ਇਕੱਠਿਆਂ ਕਰ ਲਿਆ ਜਾਵੇ ਫਿਰ ਇੱਕ ਬਹੁਤ ਹੀ ਲਾਮਿਸਾਲ ਚੀਜ਼ ਬਣ ਸਕਦੀ ਹੈ, ਲਾਮਿਸਾਲ ਸਿਧਾਂਤ ਬਣ ਸਕਦਾ। ਕਈ ਲੋਕ ਇਹ ਵੀ ਕਹਿੰਦੇ ਆ ਬਈ ਸ਼ਾਇਦ ਕਮਿਊਨਿਸਟ ਵਿਚਾਰਧਾਰਾ ਹੀ ਗਲਤ ਹੈ, ਜਿਹੜੇ ਕਰਕੇ ਦੇਸ਼ 'ਚ ਕਮਿਊਨਿਸਟ ਲਹਿਰ ਨਹੀਂ ਵੱਧ ਰਹੀ। ਜਿਹੜੀ ਸਾਇੰਸ ਹੁੰਦੀ ਨਾ ਉਹ ਕਦੀ ਨਹੀਂ ਮਰਦੀ ਹੈ। ਮਾਰਕਸਵਾਦ ਲੈਨਿਨਵਾਦ ਇੱਕ ਸਾਇੰਸ ਆ, ਉਹ 'ਚ ਵਾਧਾ ਤਾਂ ਹੋ ਸਕਦਾ। ਜਿਹੜੀਆਂ ਗੱਲਾਂ ਮਾਰਕਸਵਾਦ ਲੈਨਿਨਵਾਦ ਵਿੱਚ ਭਾਰਤੀ ਸੰਦਰਭ ਦੀਆਂ ਨੋਟ ਨਹੀਂ ਕੀਤੀਆਂ ਗਈਆਂ ਔਰ ਇੱਥੇ ਦੀ ਕਮਿਊਨਿਸਟ ਲਹਿਰ ਨੇ ਵੀ ਉਹਨਾਂ ਗੱਲਾਂ ਵੱਲ ਨੂੰ ਪੂਰਾ ਧਿਆਨ ਨਹੀਂ ਦਿੱਤਾ, ਮਕੈਨੀਕਲੀ ਮਾਰਕਸਵਾਦ ਲੈਨਿਨਵਾਦ ਨੂੰ ਲਾਗੂ ਕਰਨ ਦਾ ਯਤਨ ਕੀਤਾ, ਜਿਸ 'ਚ ਅਸੀਂ ਕਾਫੀ ਨੁਕਸਾਨ ਉਠਾਇਆ। ਮਾਰਕਸਵਾਦ ਸਾਇੰਸ ਆ, ਸਾਨੂੰ ਗਿਆਨ ਦਿੰਦੀ ਪੂੰਜੀਵਾਦ ਕਿੱਦਾਂ ਲੋਕਾਂ ਦੀ ਲੁੱਟ ਕਰਦਾ, ਕਿਹੜੀਆਂ ਸ਼ਕਤੀਆਂ ਲੁੱਟੀਆਂ ਜਾ ਰਹੀਆਂ, ਕਿਹੜੀਆਂ ਲੁੱਟਣ ਵਾਲੀਆਂ ਆ, ਲੁੱਟਣ ਦਾ ਤਰੀਕਾ ਕੀ ਆ, ਮਾਤਰਾ ਕਿੱਦਾਂ ਦੀ ਆ, ਸਾਰੀਆਂ ਗੱਲਾਂ ਸਾਨੂੰ ਇਹ ਦੱਸਦੀਆਂ। ਲੈਨਿਨ ਨੇ ਮਾਰਕਸਵਾਦ ਨੂੰ ਲਾਗੂ ਕਰਕੇ ਨਵੀਆਂ ਉਹ 'ਚ ਗੱਲਾਂ ਜੋੜੀਆਂ, ਸਾਮਰਾਜ ਦਾ ਪੱਖ ਜੋੜਿਆ, ਉਹ ਗੱਲਾਂ ਵਾਧਾ ਤਾਂ ਹੋ ਸਕਦਾ। ਇਸ ਲਈ ਭਾਰਤ ਦੇ ਸੰਦਰਭ 'ਚ ਇਹ ਕਹਿਣਾ ਵੀ ਮਾਰਕਸਵਾਦ ਲੈਨਿਨਵਾਦ ਸਾਇੰਸ ਫੇਲ ਹੋ ਗਈ ਆ, ਇਹ ਤਾਂ 100% ਗਲਤ ਹੈ। ਇਹ ਤਰੱਕੀ ਕਰਨ ਵਾਲੀ ਆ। ਗਲਤੀ ਸਾਡੀ ਇਹ ਆ ਕਮਿਊਨਿਸਟਾਂ ਦੀ ਔਰ ਸਾਰਿਆਂ ਦੀ ਆ, ਇਹ 'ਚ ਕੋਈ ਵੀ ਬਰੀ ਨਹੀਂ ਹੈ, ਸਮੇਤ ਮੈਂ ਆਪਣੀ ਪਾਰਟੀ ਦੇ, ਕਿ ਅਸੀਂ ਭਾਰਤ ਦੀਆਂ ਸਮਾਜਿਕ ਅਵਸਥਾਵਾਂ ਨੂੰ ਉਸ ਢੰਗ ਨਾਲ ਨਹੀਂ ਜਾਣਿਆ ਜਿੱਥੇ ਮਾਰਕਸਵਾਦ ਲਾਗੂ ਕਰਨਾ ਸੀ, ਉਹਦਾ ਅਸੀਂ ਠੀਕ ਸਟੱਡੀ ਨਹੀਂ ਕੀਤੀ। ਉਦਾਹਰਨ ਦੇ ਤੌਰ 'ਤੇ ਅਸੀਂ ਜਾਤੀ ਪਾਤੀ ਵਿਤਕਰੇ ਦਾ, ਸਮਾਜਿਕ ਦਬਦਬੇ ਦਾ ਸਵਾਲ ਉਸ ਢੰਗ ਨਾਲ ਨਹੀਂ ਵਿਚਾਰਿਆ ਜਿੱਦਾਂ ਜਮਾਤੀ ਸੰਘਰਸ਼ ਦਾ ਵਿਚਾਰਨਾ ਚਾਹੀਦਾ। ਮੈਂ ਸਮਝਦਾ ਕਿ ਜਾਤ ਪਾਤ ਦਾ ਜਿਹੜਾ ਉਤਪੀੜਨ ਆ, ਇਹ ਜਮਾਤੀ ਸੰਘਰਸ਼ ਦਾ ਬਹੁਤ ਹੀ ਵੱਡਾ ਇੱਕ ਇੰਪੋਰਟੈਂਟ ਹਿੱਸਾ ਆ। ਆਰਥਿਕ ਸੰਘਰਸ਼ ਆ, ਰਾਜਨੀਤਿਕ ਸੰਘਰਸ਼ ਆ, ਵਿਚਾਰਧਾਰਕ ਸੰਘਰਸ਼ ਆ, ਇੱਕ ਸਮਾਜਿਕ ਸੰਘਰਸ਼ ਵੀ ਆ। ਅਸੀਂ ਇਹਦੇ ਵੱਲ ਅੱਖਾਂ ਮੀਟੀਆਂ, ਅਸੀਂ ਬਣਦਾ ਜ਼ੋਰ ਨਹੀਂ ਦਿੱਤਾ। ਹਾਲਾਂਕਿ ਕਮਿਊਨਿਸਟ ਜਾਤ ਪਾਤ ਦਾ ਭਰੋਸਾ ਨਹੀਂ ਕਰਦੇ, ਕਮਿਊਨਿਸਟ ਬਰਾਬਰਤਾ ਚਾਹੁੰਦੇ ਆ, ਕਮਿਊਨਿਸਟਾਂ ਦੇ ਘਰਾਂ 'ਚ ਕੋਈ ਉੱਚ ਨੀਚਤਾ ਨਹੀਂ ਹੈ, ਪਰ ਸਾਡੇ ਕਹਿਣ ਕਰਨਾ ਥੋੜ੍ਹੀ ਹੋ ਜਾਣਾ ਮਸਲਾ ਇਕੱਲਾ। ਇੰਨਾ ਵੱਡਾ ਸਮਾਜ, 20% ਆਬਾਦੀ ਵਸੋਂ ਦਲਿਤਾਂ ਦੀ, ਜਿਹੜੇ ਸਭ ਤੋਂ ਸੇਵਾ ਕਰਦੇ ਲੋਕਾਂ ਦੀ ਜ਼ਿਆਦਾ ਪਰ ਸਭ ਤੋਂ ਤਿਰਸਕਾਰ ਦੇ ਪਾਤਰ ਬਣਾਏ ਹੋਏ ਸਿਸਟਮ ਨੇ। ਅਸੀਂ ਉਹਨਾਂ ਵੱਲ ਨੂੰ ਜਥੇਬੰਦ ਕਰਨ ਵੱਲ ਨੂੰ, ਉਹਨਾਂ ਦੇ ਸਮਾਜਿਕ ਅਨਿਆਂ ਦੇ ਮੁੱਦੇ ਨੂੰ ਉਸ ਤਰ੍ਹਾਂ ਨਹੀਂ ਦੇਖਿਆ ਜਿੱਦਾਂ ਕਮਿਊਨਿਸਟਾਂ ਨੂੰ ਦੇਖਣਾ ਚਾਹੀਦਾ। ਇਸੇ ਕਰਕੇ ਉਹਨਾਂ ਦਾ ਜਿਹੜਾ ਨਿਪੀੜਨ ਆ, ਉਹਨਾਂ ਨੂੰ ਵਰਤਿਆ ਗਿਆ ਸਰਮਾਏਦਾਰ ਪਾਰਟੀਆਂ ਵੱਲੋਂ, ਉਹਨਾਂ ਦੇ ਝੂਠੇ ਨਾਅਰੇ ਲਾ ਕੇ ਉਹਨਾਂ ਦੀ ਹਮਦਰਦੀ ਜਿੱਤਣ ਦਾ ਯਤਨ ਕੀਤਾ ਗਿਆ। ਅੱਜ ਇਸੇ ਕਰਕੇ ਦਲਿਤ ਬਹੁਤ ਸਾਰੇ ਖੱਬੀ ਲਹਿਰ ਨਾਲ ਉਹਨੇ ਨਹੀਂ ਜਿੰਨੇ ਦੂਸਰੀਆਂ ਪਾਰਟੀਆਂ ਨਾਲ ਹੈ, ਜਿਹੜੀਆਂ ਉਹਨਾਂ ਦੇ ਦੁੱਖਾਂ ਦਾ ਕਾਰਨ ਆ। ਇਸ ਲਈ ਮੈਂ ਸਮਝਦਾ ਕਿ ਸਾਨੂੰ ਇਹ ਸਿੱਖਿਆ ਕਿ ਨਾ ਅਸੀਂ ਕਮਿਊਨਿਸਟਾਂ ਸਿੱਖਿਆ ਆ। ਅਸੀਂ ਆਪਣੇ ਜਿਹੜੇ ਸਾਡੇ ਹੀਰੋਜ਼ ਆ, ਸਾਡੇ ਸਮਾਜ ਸੁਧਾਰਕ ਆ, ਸਾਡੇ ਕ੍ਰਾਂਤੀਕਾਰੀ ਸਾਥੀ ਆ, ਸਾਡੀਆਂ ਇਨਕਲਾਬੀ ਲਹਿਰਾਂ ਆ, ਅਸੀਂ ਉਹਨਾਂ ਤੋਂ ਵੀ ਪ੍ਰਾਪਰ ਨਹੀਂ ਸਿੱਖਿਆ, ਉਹਨਾਂ ਦੀ ਇਸਤੇਮਾਲ ਪ੍ਰਾਪਰ ਨਹੀਂ ਕੀਤਾ। ਉਹਨਾਂ ਦਾ ਪ੍ਰਾਪਰ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ।
ਭਗਤ ਸਿੰਘ ਜਿਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿੱਦਣ ਡਾਕਟਰ ਭੀਮ ਰਾਓ ਅੰਬੇਦਕਰ ਜੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ, ਗੁਰੂ ਨਾਨਕ ਦੇਵ ਜੀ ਦੀ ਬਾਣੀ ਮਾਨਵਵਾਦੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਆ। ਮੈਂ ਸਮਝਦਾ ਇਹ ਸੰਦਰਭ ਦੇ ਵਿੱਚ ਲੋਕਾਂ ਨੂੰ ਨਾਲ ਜੋੜਨ ਲਈ ਜਿਹੜੀਆਂ ਚੀਜ਼ਾਂ ਬਹੁਤ ਸਹਾਇਕ ਸਿੱਧ ਹੋ ਸਕਦੀਆਂ ਸਨ, ਅਸੀਂ ਉਹ ਉਸ ਤਰ੍ਹਾਂ ਦਾ ਇਸਤੇਮਾਲ ਨਹੀਂ ਕੀਤਾ। ਇਹ ਸਾਰਾ ਕੁਝ ਦੁਸ਼ਮਣ ਜਮਾਤਾਂ ਦੇ ਕੋਲ ਛੱਡ ਦਿੱਤਾ। ਮੈਂ ਤਾਂ ਇਹ ਵੀ ਕਹੂੰਗਾ ਕਿ ਭਾਰਤੀ ਫਿਲਾਸਫੀ ਦਾ ਬਹੁਤ ਵੱਡਾ ਹਿੱਸਾ ਪਦਾਰਥਵਾਦੀ ਆ। ਹਾਂ, ਉਹਦੇ ਵਿੱਚ ਨਾਲ ਜੁੜਿਆ ਵਿਚਾਰਵਾਦ ਵੀ ਆ। ਸਾਰੀ ਸਾਡੀ ਫਲਸਫਾ ਜਿਹੜਾ ਆ ਉਹ ਪਦਾਰਥਵਾਦੀ ਨਹੀਂ ਹੈ, ਪਰ ਲੋੜ ਤਾਂ ਇਸ ਗੱਲ ਦੀ ਸੀ ਵੀ ਪਦਾਰਥਵਾਦੀ ਹਿੱਸੇ ਨੂੰ ਅਸੀਂ ਲੈ ਕੇ ਐਡਵਾਂਸ ਕਰਦੇ, ਵਿਚਾਰਵਾਦ ਦਾ ਮੁਕਾਬਲਾ ਕਰਦੇ। ਅਸੀਂ ਇਸ ਟੋਟਲ ਫਿਲਾਸਫੀ ਨੂੰ ਦੁਸ਼ਮਣ ਜਮਾਤਾਂ ਦੇ ਹਵਾਲੇ ਕਰ ਦਿੱਤਾ ਅਤੇ ਅਸੀਂ ਫਿਰ ਆਪਣਾ, ਜਿੱਦਾਂ ਕਹਿੰਦੇ ਹੁੰਦੇ, ਆਪਣੇ ਲੋਕਾਂ ਨੂੰ ਟੁੱਟ ਗਏ। ਇਸ ਲਈ ਜਿਹੜੇ ਸਾਡੇ ਨਾਉਮਤੀ ਕਰਨ ਦੇ ਕਾਰਨ ਆ, ਉਹ ਸਾਡੀ ਇਮਾਨਦਾਰੀ ਦੀ ਕਮੀ ਨਹੀਂ ਹੈ, ਸਾਡੇ ਸਾਥੀਆਂ ਦੀ ਕੁਰਬਾਨੀ ਦੀ ਕਮੀ ਨਹੀਂ ਹੈ। ਭਾਰਤ ਦੀਆਂ ਠੋਸ ਹਾਲਤਾਂ ਨੂੰ ਸਮਝਣਾ ਔਰ ਸਮਝ ਕੇ ਫਿਰ ਉਹਦੇ ਮੁਤਾਬਕ ਦਾਅ ਪੇਚ ਲਾਉਣੇ, ਉਹਦੇ ਮੁਤਾਬਕ ਯੁੱਧ ਨੀਤੀ ਬਣਾਉਣੀ, ਇਹ ਸਾਡੀ ਕਮੀ ਆ। ਔਰ ਇਹ ਕਮੀ ਜਿਹੜੀ ਬਹੁਤ ਸਾਨੂੰ ਤੰਗ ਕਰਦੀ ਆ, ਉਹ ਵੀ ਅਸੀਂ ਕਹਿਣ ਨੂੰ ਲਿਖਣ ਨੂੰ ਬਹੁਤ ਲਿਖਦੇ ਹਾਂ, ਲੇਕਿਨ ਅਸੀਂ ਸਵੈ ਨੁਕਤਾਚੀਨੀ ਦੇ ਸ਼ਬਦ ਨੂੰ ਨਹੀਂ ਸਮਝਿਆ ਪੂਰਾ। ਆਪਣੀ ਗੱਲ ਨੂੰ ਜਸਟੀਫਾਈ ਅਸੀਂ ਕਰਦੇ ਹਾਂ ਮਨ ਦੀਆਂ ਭਾਵਨਾਵਾਂ ਮੁਤਾਬਕ। ਗਲਤੀ ਨੂੰ ਗਲਤੀ ਮੰਨਣ ਨੂੰ ਤਿਆਰ ਨਹੀਂ। ਜਦੋਂ ਕੋਈ ਜਿੱਤ ਹੋ ਜਾਂਦੀ ਫਿਰ ਕਹੀਦਾ ਹੁਣ ਗਲਤੀਆਂ ਨਾ ਹੁਣ ਦਸੀਏ ਲੋਕਾਂ ਨੂੰ, ਹੁਣ ਤਾਂ ਜਿੱਤ ਗਏ ਆ। ਜੇ ਕਿਤੇ ਹਾਰ ਦੇਖ ਲਈਏ ਹੁਣ ਜੀ ਹੁਣ ਗਲਤੀ ਨਾ ਦਸੀਏ, ਹੁਣ ਤਾਂ ਲੋਕੀ ਪਹਿਲੇ ਘਬਰਾਏ ਹੋਏ ਆ, ਡੀਮੋਰਲਾਈਜ਼ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਫਿਰ ਆਪਣਾ ਸੈਲਫ ਕ੍ਰਿਟਿਸਿਜ਼ਮ ਕਰਨਾ ਕਦੋਂ ਆ? ਨਾ ਜਿੱਤ ਵੇਲੇ ਕਰਨਾ, ਨਾ ਹਾਰ ਵੇਲੇ ਕਰਨਾ। ਬਿਨਾਂ ਆਪਣੇ ਪਾਸ ਨੂੰ ਕ੍ਰਿਟੀਕਲੀ ਦੇਖਿਆਂ ਤੋਂ ਤੁਸੀਂ ਚੰਗਾ ਫਿਊਚਰ ਦੇ ਦਾਅ ਪੇਚ ਨਹੀਂ ਬਣਾ ਸਕਦੇ। ਤੁਹਾਨੂੰ ਪਿਛਲੇ ਝਾਤੀ ਮਾਰ ਕੇ ਚੰਗੀ ਗੱਲ ਨੂੰ ਅੱਗੇ ਤੋਰਨਾ ਚਾਹੀਦਾ। ਸਾਰਾ ਕੁਝ ਪਿਛਲਾ ਨੈਗੇਟਿਵ ਨਹੀਂ ਹੈ ਅਤੇ ਸਾਰਾ ਪੋਜ਼ੀਟਿਵ ਵੀ ਨਹੀਂ ਹੈ। ਨੈਗੇਟਿਵ ਨੂੰ ਛੱਡ ਕੇ ਪੋਜ਼ੀਟਿਵ ਨੂੰ ਨਾਲ ਲੈ ਕੇ ਸਵੈ ਨੁਕਤਾਚੀਨੀ ਢੰਗ ਨਾਲ ਸਾਨੂੰ ਐਡਵਾਂਸ ਕਰਨਾ ਚਾਹੀਦਾ। ਇਹ ਵੀ ਮੈਂ ਸਮਝਦਾ ਸਾਡੇ ਕੌਮ ਸਲੈਰ ਦੀ ਸਮੁੱਚੀ ਘਾਟ ਹੈ, ਕਿਸੇ ਇੱਕ ਗਰੁੱਪ ਦੀ ਜਾਂ ਇੱਕ ਪਾਰਟੀ ਦੀ ਨਹੀਂ ਹੈ। ਸੋ ਅੱਜ ਦੇ ਸੰਦਰਭ ਮੇਰਾ ਮੁੱਖ ਗੱਲ ਜਿਹੜੀ ਕਿ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਵੀ ਹੁਣ ਕਮਿਊਨਿਸਟਾਂ ਨੂੰ ਕੀ ਕਰਨਾ ਚਾਹੀਦਾ। ਕਈ ਲੋਕ ਭਾਵਨਾ ਦੇ ਵਿੱਚ ਬਹਿ ਕੇ ਕਹਿੰਦੇ ਵੀ ਸਾਰੇ ਕੌਮਿਊਨਿਸਟ ਪਾਰਟੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ। ਇਹ ਆਦਰਸ਼ਵਾਦੀ ਚੀਜ਼ ਹੈ। ਜੇ ਹੋ ਜਾਵੇ ਕਿਤੇ ਤਾਂ ਸੋਨੇ 'ਤੇ ਸੁਹਾਗਾ ਹੈ ਤਾਂ ਅਸੀਂ ਸਵਾਗਤ ਕਰਾਂਗੇ, ਪਰ ਇਹ ਗੱਲ ਕਹਿਣੀ ਸੌਖੀ ਆ, ਇੰਨੀ ਆਸਾਨ ਨਹੀਂ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਜਿਹੜੇ ਵਿਚਾਰਾਂ ਦਾ ਮਨ ਮੁਟਾਵ ਆ, ਇੱਕ ਦੂਜੇ ਨਾਲ ਨਿੱਜੀ ਵਿਰੋਧਤਾਈਆਂ ਆ, ਕੰਮ ਕਰਨ ਦੇ ਢੰਗ ਵਿੱਚ ਦਾ ਵਿਰੋਧ ਆ, ਕਈ ਕਿਸਮ ਦੀਆਂ ਘਾਟਾਂ ਕਮਜ਼ੋਰੀਆਂ ਆ। ਉਹਨੂੰ ਦੇਖਦਿਆਂ ਹਾਂ ਇੱਕਦਮ ਇਹ ਨਾਅਰਾ ਦੇਣਾ ਵੀ ਕੌਮਿਊਨਿਸਟ ਪਾਰਟੀ ਇੱਕ ਬਣਾ ਲਓ ਸਾਰੀ, ਭਾਵਨਾ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਪਰ ਸੰਭਾਵਨਾ ਇਹਦੀ ਇੱਕਦਮ ਨਹੀਂ ਬਣਦੀ। ਹਾਂ, ਸੰਭਾਵਨਾ ਇਹ ਜ਼ਰੂਰ ਬਣਦੀ ਆ ਕਿ ਅਸੀਂ ਕਮਿਊਨਿਸਟ ਧਿਰਾਂ ਨੂੰ ਇੱਕ ਤਾਂ ਇੱਕ ਮੰਚ 'ਤੇ ਲਿਆ ਕੇ ਵਿਚਾਰ ਵਟਾਂਦਰਾ ਸ਼ੁਰੂ ਕਰੀਏ। ਕਮਿਊਨਿਸਟਾਂ ਵਾਲਾ ਵਿਚਾਰ ਵਟਾਂਦਰਾ ਆਪਣੇ ਆਪ ਨੂੰ ਚੰਗਾ ਕਹਿਣ ਵਾਲਾ ਅਤੇ ਦੂਜੇ ਨੂੰ ਬੁਰਾ ਕਹਿਣ ਵਾਲਾ ਵਿਚਾਰ ਵਟਾਂਦਰਾ ਨਹੀਂ ਹੁੰਦਾ। ਜੋ ਸਮਝਦਾਰੀ ਠੀਕ ਆਪਣੀ ਪੂਰੀ ਪੇਸ਼ ਕਰੀਏ, ਇੱਕ ਸਾਂਝੀ ਰਾਇ ਬਣਾਈਏ ਫਿਊਚਰ ਵਾਸਤੇ। ਕਈ ਤਾਂ ਪਾਰਟੀਆਂ ਇਸ ਗੱਲੋਂ ਹੀ ਪਰੇਸ਼ਾਨ ਹੋ ਜਾਂਦੀਆਂ ਵੀ ਭਵਿੱਖ ਪਿਛਲੇ ਵਾਰੀ ਵੈਲਿਊਸ਼ਨ ਸਾਡੀ ਠੀਕ ਨਹੀਂ, ਅਸੀਂ ਤੁਹਾਡੇ ਨਾਲ ਕਿੱਦਾਂ ਬਹਿ ਸਕਦੇ ਹਾਂ। ਮੈਂ ਸਮਝਦਾ ਕਿ ਸਾਨੂੰ ਅੱਜ ਦੇ ਸਮੇਂ ਦੀਆਂ ਹਾਲਾਤਾਂ ਦਾ ਮੁਲਾਂਕਣ ਕਰਦਿਆਂ ਹੋਇਆਂ ਇਕੱਠੇ ਬਹਿ ਕੇ ਬਹਿਸ ਮੁਹਾਸਾ ਕਰਕੇ ਇੱਕ ਸਿੱਟੇ 'ਤੇ ਪਹੁੰਚਣ ਦੀ ਆਦਤ ਚਾਹੀਦੀ ਆ। ਮੈਂ ਸਮਝਦਾ ਕੁਝ ਨਾ ਕੁਝ ਗਰਾਊਂਡ ਤਿਆਰ ਸਾਂਝੀ ਲੱਭੀ ਜਾ ਸਕਦੀ ਆ, ਜੇ ਤੋਂ ਅਸੀਂ ਇਕੱਠੇ ਹੋ ਕੇ ਕੰਮ ਕਰ ਸਕਦੇ ਹਾਂ। ਦੂਜਾ ਤਰੀਕਾ ਇਹ ਆ ਨਾਲ ਇਹਦੇ ਵੀ ਇਕੱਠੇ ਹੋ ਕੇ ਕੋਈ ਸਾਂਝੀਆਂ ਵਿਚਾਰਾਂ ਕਰਨ ਤੋਂ ਬਾਅਦ ਫਿਰ ਸਾਂਝੇ ਸੰਘਰਸ਼ਾਂ ਦੀ ਬਹੁਤ ਲੋੜ ਆ। ਸੰਘਰਸ਼ ਉਹ ਰਾਜਸੀ ਪੱਧਰ ਦੇ ਵੀ ਹੋਣ, ਸੰਘਰਸ਼ ਉਹ ਵਿਚਾਰਧਾਰਕ ਪੱਧਰ ਦੇ ਵੀ ਹੋਣ, ਅਤੇ ਸੰਘਰਸ਼ ਉਹ ਆਰਥਿਕ ਅਤੇ ਸਮਾਜਿਕ ਪੱਧਰ ਦੇ ਵੀ ਹੋਣ। ਜੇ ਤੁਸੀਂ ਇੱਕ ਸੰਘਰਸ਼ ਨੂੰ ਕਰਦੇ ਹੋ, ਤੁਸੀਂ ਸਮਝੋ ਵੀ ਅਸੀਂ ਆਰਥਿਕ ਸੰਘਰਸ਼ ਲੜ ਕੇ ਭਾਰਤ ਦੇ ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰ ਲੈਣਾ, ਇਦੋਂ ਵੱਡਾ ਹੋਰ ਆਪਣੇ ਆਪ ਨੂੰ ਧੋਖਾ ਦੇਣਾ ਕੋਈ ਨਹੀਂ ਹੋਏਗਾ। ਕੇਵਲ ਅਸੀਂ ਕਮਿਊਨਿਸਟ ਲੋਕਾਂ ਦੀਆਂ ਆਰਥਿਕ ਲੜਾਈਆਂ ਲੜਦੇ ਜਦੋਂ ਲੋਕ ਸਾਨੂੰ ਵੋਟਾਂ ਨਹੀਂ ਪਾਉਂਦੇ, ਫਿਰ ਅਸੀਂ ਉਲਟਾ ਲੋਕਾਂ ਨੂੰ ਬੁਰਾ ਭਲਾ ਕਹਿੰਦੇ, ਆਪਣੀ ਕਮਜ਼ੋਰੀ ਨੋਟ ਨਹੀਂ ਕਰਦੇ। ਲੋਕ ਤੁਸੀਂ ਲੋਕਾਂ ਦੇ ਆਰਥਿਕ ਮਸਲੇ ਲਈ ਲੜਦੇ ਸੀ, ਲੋਕੀ ਤੁਹਾਡੇ ਕੋਲ ਆਉਂਦੇ ਆ, ਜਿੰਨੇ ਕਿ ਵੀ ਆਉਂਦੇ ਆ। ਆਰਥਿਕ ਲੜਾਈਆਂ ਵੀ ਕੋਈ ਬਹੁਤ ਏਡੀਆਂ ਵੱਡੀਆਂ ਨਹੀਂ ਹਨ ਵੀ ਸਾਰੇ ਦੇਸ਼ ਨੂੰ ਅਸੀਂ ਆਪਣੇ ਕਲਾ ਵਿੱਚ ਲੈ ਲਿਆ, ਪਰ ਚਲੋ ਜਿੰਨਾ ਵੀ ਲਿਆ, ਪਰ ਲੋਕੀ ਤੁਹਾਡੇ ਕੋਲ ਆਰਥਿਕ ਲੜਾਈਆਂ ਲਈ ਆਉਂਦੇ ਸੀ। ਜਦੋਂ ਆਰਥਿਕ ਲੜਾਈ ਮੁੱਕ ਗਈ, ਲੋਕਾਂ ਨੇ ਛੱਡਤਾ ਤੁਹਾਨੂੰ ਬਹਿ ਕੇ ਵੀ ਤੁਹਾਡੇ ਤੋਂ ਬਾਕੀ ਕੰਮ ਤਾਂ ਚਾਹੁੰਦੇ ਹੀ ਨਹੀਂ ਉਹ, ਕਿਉਂਕਿ ਦੂਆ ਕੰਮ ਤੁਸੀਂ ਦੱਸਣਾ ਸੀ ਲੋਕਾਂ ਨੂੰ ਵੀ ਇਹ ਕੰਮ ਗਾਹਾਂ ਰਾਜਸੀ ਵੀ ਆ। ਆਰਥਿਕਤਾ ਦੀ ਲੜਾਈ ਤੋਂ ਬਾਅਦ ਜੇ ਅਸੀਂ ਰਾਜਸੀ ਚੇਤਨਾ ਨਹੀਂ ਪੈਦਾ ਕਰਦੇ ਤਾਂ ਫਿਰ ਸਮਝਦਾ ਵੀ ਆਰਥਿਕ ਲੜਾਈ ਦਾ ਅਰਥ ਨਹੀਂ ਕੋਈ ਰਹਿੰਦਾ, ਫਿਰ ਆਰਥਿਕਵਾਦ ਬਣ ਜਾਂਦਾ। ਇਹ ਦੋ ਲੜਾਈਆਂ ਤੋਂ ਬਾਅਦ ਤੀਸਰੀ ਫੇਰ ਲੜਾਈ ਹੋ ਰਹਿ ਜਾਂਦੀ ਹੈ, ਉਹ ਵਿਚਾਰਧਾਰਕ ਲੜਾਈ ਹੈ। ਅਗਲਾ ਇਹ ਕਹਿ ਸਕਦਾ ਠੀਕ ਹੈ ਜੀ,
ਵੀ ਆਰਥਿਕ ਮੰਗਾਂ ਦੀ ਲੜਾਈ ਵੀ ਠੀਕ ਆ, ਰਾਸੀ ਤੌਰ ਤੇ ਵੀ ਦੁਸ਼ਮਣ ਜਮਾਤਾਂ ਆ, ਪਰ ਅਕਸਰ ਆਪਾਂ ਤਾਂ ਸਾਰੇ ਹਿੰਦੂ ਭਰਾ ਇਕੱਠੇ ਹੋਈਏ, ਮੁਸਲਮਾਨ ਕਹਿੰਦੇ ਅਸੀਂ ਮੁਸਲਮਾਨ ਇਕੱਠੇ ਕਰੀਏ, ਸਿੱਖ ਕਹਿੰਦੇ ਅਸੀਂ ਸਿੱਖਾਂ ਦਾ ਰਾਜ ਲਿਆਉਣਾ ਬਹਿ ਕੇ ਕਰੀਏ। ਇਹ ਜਿਹੜਾ ਵਿਚਾਰਧਾਰਕ ਲੜਾਈ ਆ ਵੀ ਆਪੋ ਆਪਣੇ ਧਰਮਾਂ ਨੂੰ ਮੰਨੋ, ਲੇਕਿਨ ਧਰਮ ਨਿਰਪੱਖਤਾ ਦੇ ਨਾਂ 'ਤੇ ਸਾਂਝੇ ਮੁੱਦਿਆਂ ਲੈ ਕੇ ਲੜੋ, ਜਮਾਤੀ ਲੜਾਈ ਲੜੋ। ਇਹ ਜਿਹੜੀ ਸਾਂਝੀਆਂ ਮਤਲਬ ਵੱਖ-ਵੱਖ ਜਿਹੜੀ ਚੇਤਨਾਵਾਂ ਆ, ਅਸੀਂ ਉਹਨਾਂ ਨੂੰ ਲੋਕਾਂ ਨੂੰ ਨਹੀਂ ਦਿੱਤਾ, ਉਹਨਾਂ ਤੋਂ ਤਿਆਰ ਨਹੀਂ ਕੀਤਾ ਲੋਕਾਂ ਨੂੰ। ਸਮਾਜਿਕ ਚੇਤਨਾ ਬਹੁਤ ਜ਼ਰੂਰੀ ਹੈ। ਜ਼ਾਤ ਪਾਤ ਦਾ ਮਸਲਾ ਅਸੀਂ ਆਮ ਤੌਰ 'ਤੇ ਪੜ੍ਹਦੇ ਰਹੇ ਹਾਂ ਕਿ ਪੂੰਜੀਵਾਦ ਦੇ ਆਉਣ ਨਾਲ ਜ਼ਾਤ ਪਾਤ ਆਪਣੇ ਆਪ ਮੁੱਕ ਜਾਏਗੀ, ਸੋਸ਼ਲਿਜ਼ਮ ਦੇ ਆਉਣ ਤੋਂ ਬਾਅਦ ਬਿਲਕੁਲ ਹੀ ਮੁੱਕ ਜਾਏਗੀ। ਇਹ ਬਹੁਤ ਔਖਾ ਆ। ਪੂੰਜੀਵਾਦ ਸਿਸਟਮ, ਪੂੰਜੀਵਾਦੀ ਆਉਣ ਤੋਂ ਬਾਅਦ ਵੀ ਜਾਤ ਪਾਤ ਪਹਿਲਾਂ ਨਾਲੋਂ ਘਟੀ ਨਹੀਂ, ਬਲਕਿ ਪਹਿਲਾਂ ਨਾਲੋਂ ਜਾਤੀ ਪਾਤੀ ਜ਼ਬਰ ਵਧਿਆ ਆ। ਸੋਸ਼ਲਿਜ਼ਮ ਦੇ ਵਿੱਚ ਵੀ ਲੰਮਾ ਸਮਾਂ ਲੱਗੂਗਾ ਜਦੋਂ ਲੋਕਾਂ ਦੀ ਇਹ ਸਾਈਕੀ ਤਿਆਰ ਕਰਨੀ, ਇਹ ਮਾਨਸਿਕਤਾ ਤਿਆਰ ਕਰਨੀ ਕਿ ਬੰਦਾ ਕਿਸ ਜ਼ਾਤ ਵਿੱਚ ਜਨਮ ਲੈਂਦਾ ਉਹਦੇ ਤੋਂ ਨਹੀਂ ਤੈਅ ਹੁੰਦਾ ਉਹਦੇ ਗੁਣ ਔਗਣ, ਬਲਕਿ ਉਹਦਾ ਜਿਹੜਾ ਕੰਮ ਹੈ, ਜ਼ਿੰਦਗੀ ਦਾ ਵਿਚਾਰ ਹੈ, ਉਹ ਤੋਂ ਬਣਦੇ ਆ। ਇਹ ਵੱਡੀ ਲੜਾਈ ਹੈ, ਸੋਸ਼ਲਿਜ਼ਮ ਤੋਂ ਬਾਅਦ ਵੀ ਲੜੀ ਜਾਣੀ ਆ। ਤੋ ਇਸ ਲਈ ਮੈਂ ਸਮਝਦਾ ਕਿ ਇਕੱਠੇ ਹੋਣਾ ਪਹਿਲਾਂ, ਫਿਰ ਲੋਕਾਂ ਦੇ ਸਾਂਝੇ ਆਰਥਿਕ ਸੰਘਰਸ਼ ਲੜਨੇ। ਆਰਥਿਕ ਸੰਘਰਸ਼ ਇਕੱਲੇ ਨਹੀਂ, ਰਾਜਨੀਤਿਕ ਦੇ ਵਿਚਾਰਧਾਰਕ ਦੇ ਸਮਾਜਿਕ ਸੰਘਰਸ਼ ਲੜਨੇ। ਜੇ ਕਮਿਊਨਿਸਟ ਇਸ ਗੱਲ ਲਈ ਇਕੱਠੇ ਹੋ ਕੇ ਮੈਦਾਨ 'ਚ ਆ ਜਾਣ ਤਾਂ ਦੇਸ਼ ਦਾ ਬਹੁਤ ਵੱਡਾ ਹੁੰਗਾਰਾ ਮਿਲੇਗਾ। ਫਿਰ ਇਕੱਲੇ ਕਮਿਊਨਿਸਟ ਨਹੀਂ ਰਹਿਣਗੇ, ਫਿਰ ਜਿਹੜੇ ਦੇਸ਼ ਦੇ ਦੂਜੇ ਲੋਕ ਆ, ਜਿਹੜੇ ਧਰਮ ਨਿਰਪੱਖ ਵਿਚਾਰਾਂ ਦੇ ਆ, ਜਿਹੜੇ ਧਾਰਮਿਕ ਘੱਟ ਗਿਣਤੀਆਂ ਆ, ਜਿਨ੍ਹਾਂ ਨੂੰ ਮੋਦੀ ਸਰਕਾਰ ਮਾਰ ਮੁਕਾਉਣਾ ਚਾਹੁੰਦੀ ਆ, ਇਸੇ ਤਰ੍ਹਾਂ ਦੇਸ਼ ਦੀਆਂ ਔਰਤਾਂ ਆ, ਦੇਸ਼ ਦੇ ਜਿਹੜੇ ਦਲਿਤ ਭਰਾ ਆ, ਔਰ ਦੇਸ਼ ਦਾ ਬਹੁਤ ਵੱਡਾ ਹਿੱਸਾ ਬੁੱਧੀਜੀਵੀਆਂ ਦਾ, ਮਿਡਲ ਕਲਾਸ ਦਾ ਆ, ਜਿਹੜਾ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ, ਜਿਹੜਾ ਪੂੰਜੀਵਾਦ ਤੋਂ ਤੰਗ ਆ, ਜਿਹੜਾ ਫਿਰਕੂ ਵਿਚਾਰਧਾਰਾ ਤੋਂ ਤੰਗ ਆ, ਅਸੀਂ ਉਹਦੇ ਨਾਲ ਵੀ ਆਪਣੀ ਸਾਂਝ ਵਧਾ ਸਕਦੇ। ਸਾਡਾ ਵੱਡਾ ਮੋਰਚਾ ਬਣ ਸਕਦਾ। ਇਹ ਮੋਰਚਾ ਚੋਣਾਂ ਤੋਂ ਬਿਨਾਂ ਬਣੇ, ਲੜਾਈਆਂ ਦੇ ਮੈਦਾਨ 'ਚ ਬਣੇ, ਜਿਹਦਾ ਫਿਰ ਪ੍ਰਗਟਾਵਾ ਅਸੀਂ ਚੋਣਾਂ 'ਚ ਵੀ ਜਾ ਕੇ ਕਰ ਸਕਦੇ ਹਾਂ। ਜੇ ਤਾਂ ਇਹ ਕੋ ਕਵੇ ਵੀ ਚੋਣਾਂ ਹੀ ਇਕੱਲਾ ਇਕੱਠੇ ਹੋ ਕੇ ਹੋ ਜਾਈਏ, ਜਿੱਦਾਂ ਅੱਜ ਕੱਲ੍ਹ ਚੱਲ ਰਿਹਾ, ਚੋਣਾਂ ਦੀ ਬੜੀ ਕਾਹਲੀ ਆ, ਰਾਤ ਨੂੰ ਪਾਰਟੀਆਂ ਬਦਲ ਲੈਂਦੇ ਆ, ਬੜੇ ਬੜੇ ਨਾਅਰੇ ਮਾਰਦੇ ਆ, ਸਵੇਰੇ ਪਤਾ ਨਹੀਂ ਕਿਹੜੀ ਪਾਰਟੀ ਜਾਣਾ। ਇੱਦਾਂ ਦੀ ਕੋਈ ਰਾਜਨੀਤੀ ਦੀ ਨਹੀਂ ਲੋੜ ਹੈ, ਇਨਕਲਾਬੀ ਰਾਜਨੀਤੀ ਇੱਦਾਂ ਦੀ ਕੋਈ ਥਾਂ ਨਹੀਂ ਹੈ। ਸੰਘਰਸ਼ ਸਾਂਝੇ ਕਰੀਏ, ਉਹਦੇ ਵਿੱਚੋਂ ਜਿਹੜੀ ਲੋਕਾਂ ਦੀ ਏਕਤਾ ਉਪਜੇ, ਉਹਦੇ ਆਧਾਰ 'ਤੇ ਉੱਥੇ ਚੋਣਾਂ ਵੀ ਲੜੀਆਂ ਜਾ ਸਕਦੀਆਂ। ਅੱਜ ਦੇ ਸਮੇਂ ਤਾਂ ਸਗੋਂ ਹੋਰ ਲੋੜ ਹੈ ਕਮਿਊਨਿਸਟਾਂ ਦੀ ਏਕੇ ਦੀ। ਜਦੋਂ ਦੇਸ਼ ਵਿੱਚ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ, ਜਿਹੜੇ ਅੰਦੋਲਨ ਨੇ ਲੋਕਾਂ 'ਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਆ, ਇਹ ਚੇਤਨਾ ਪੈਦਾ ਕਰਨ ਵਿੱਚ ਕਮਿਊਨਿਸਟਾਂ ਦਾ ਇੱਕ ਬਹੁਤ ਵੱਡਾ ਹਿੱਸਾ ਆ। ਸਾਰੀ ਚੇਤਨਾ ਸਾਡੀ ਨਹੀਂ ਹੈ, ਔਰ ਇਹ ਚੇਤਨਾ ਇੰਨੀ ਸਾਡਾ ਹਿੱਸਾ ਅਹਿਮ ਆ ਵੀ ਮੋਦੀ ਨੂੰ ਨੋਟਿਸ ਲੈਣਾ ਪੈ ਰਿਹਾ ਇਸ ਲਹਿਰ ਨੂੰ ਬਦਨਾਮ ਕਰਨ ਵਾਸਤੇ। ਕਦੀ ਮਾਓਵਾਦੀ ਕਹਿੰਦਾ, ਕਦੀ ਉਹ ਕਮਿਊਨਿਸਟ ਕਹਿੰਦਾ, ਕਦੀ ਉਹ ਕਹਿੰਦਾ ਇਹ ਟੁਕੜੇ ਟੁਕੜੇ ਗੈਂਗ ਵਾਲੇ ਇਕੱਠੇ ਹੋ ਗਏ ਆ। ਉਹਨੂੰ ਡਰ ਲੱਗਦਾ ਇਸ ਗੱਲ ਤੋਂ ਵੀ ਇਸ ਲਹਿਰ ਵਿੱਚ ਵਿਚਾਰਧਾਰਾ ਤੌਰ 'ਤੇ ਕੋਈ ਜੇ ਤਗੜਾ ਨਾ ਖੱਬੇ ਪੱਖ ਹੋ ਜਾਏ, ਉਹਦੀ ਚਿੰਤਾ ਹੈ ਬਹੁਤ ਵੱਡੀ। ਲੇਕਿਨ ਲੋਕ ਬਹੁਤ, ਸਾਨੂੰ ਇਸ ਗੱਲ ਦਾ ਪੂਰਾ ਪਤਾ ਵੀ ਇਹ ਸਾਰੇ ਲੋਕ, ਮੈਂ ਪਹਿਲਾਂ ਕਹਿ ਚੁੱਕਾ, ਕਮਿਊਨਿਸਟ ਨਹੀਂ ਹਨ। ਇਹ 'ਚ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਿਲ ਆ, ਵੱਖ-ਵੱਖ ਰਾਜਸੀ ਵਿਚਾਰਾਂ ਦੇ ਲੋਕ ਸ਼ਾਮਿਲ ਆ। ਪਰ ਅਸੀਂ ਸਾਰੇ ਜੇ ਇਕੱਠੇ ਹੋ ਜਾਈਏ, ਜਿਹੜੀ ਚੇਤਨਾ ਲੋਕਾਂ 'ਚ ਪੈਦਾ ਹੋਈ ਆ, ਉਹ ਚੇਤਨਾ ਦੇ ਆਧਾਰ ਦੇ ਉੱਤੇ ਕਮਿਊਨਿਸਟਾਂ ਦੀ ਲਹਿਰ ਹੋਰ ਵੱਧ ਸਕਦੀ ਆ। ਇਸ ਲਈ ਅੱਜ ਜੇ ਚੇਤਨਾ ਲੋਕਾਂ ਦੀ ਵਧਾਉਣੀ ਤਾਂ ਵੀ, ਜੇ ਫਿਰਕੂ ਫਾਸ਼ੀਵਾਦੀ ਤਾਕਤਾਂ ਦਾ ਮੁਕਾਬਲਾ ਕਰ ਸਕਣਾ ਸਫਲਤਾ ਨਾਲ ਇਸ ਕਰਕੇ ਵੀ, ਔਰ ਜੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦੇ ਮੁਕਾਬਲੇ 'ਚ ਇੱਕ ਬਦਲਵਾਂ ਆਰਥਿਕ ਪ੍ਰਬੰਧ ਖੜਾ ਕਰਨਾ, ਤਾਂ ਵੀ ਕਮਿਊਨਿਸਟਾਂ ਦੀ ਆਪਸਾ ਮਿਲ ਕੇ ਬਹਿਣਾ, ਇਕੱਠੇ ਹੋ ਕੇ ਸੰਘਰਸ਼ ਕਰਨਾ, ਔਰ ਸੰਘਰਸ਼ਾਂ ਦੇ ਦੌਰਾਨ ਫਿਰ ਬਹੁਤ ਸਾਰੇ ਮੁੱਦੇ ਹੱਲ ਹੋ ਜਾਂਦੇ ਆ। ਹੌਲੀ ਹੌਲੀ ਕਮਿਊਨਿਸਟਾਂ ਦੀ ਏਕਤਾ ਇੱਕ ਹੋਣ ਵਿੱਚ, ਇੱਕ ਪਾਰਟੀ ਬਣਨ ਵਿੱਚ ਅਸੀਂ ਅੱਗੇ ਵੱਧ ਸਕਦੇ ਹਾਂ। ਮੈਂ ਸਮਝਦਾ ਕਿ ਜੇ ਇਹ ਦਲੀਲਾਂ ਮੇਰੀਆਂ ਸਾਰੀਆਂ ਨਾਲ ਕੋਈ ਸਹਿਮਤ ਨਹੀਂ ਵੀ ਹੋ ਸਕਦਾ, ਕੋਈ ਹੋਰ ਚੰਗੀਆਂ ਦਲੀਲਾਂ ਨੂੰ ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹਾਂ। ਮੇਰੀ ਅਪੀਲ ਆ ਦੁਨੀਆ ਦਾ ਮੂਡ ਦੇਖ ਕੇ, ਮਿਹਨਤਕਸ਼ ਲੋਕਾਂ ਦਾ, ਵੀ ਸਾਰੀਆਂ ਕਮਿਊਨਿਸਟ ਧਿਰਾਂ ਪੰਜਾਬ ਦੀਆਂ ਅਤੇ ਦੇਸ਼ ਦੀਆਂ, ਅਸੀਂ CPI, CPM ਔਰ ਲਿਬਰੇਸ਼ਨ ਨੂੰ ਚਿੱਠੀ ਵੀ ਲਿਖੀ ਇਸ ਗੱਲ ਵਿੱਚ ਕਿ ਤੁਸੀਂ ਇੱਕ ਕਮਿਊਨਿਸਟਾਂ ਦਾ ਸੰਮੇਲਨ ਬੁਲਾਓ ਆਪਸ ਵਿੱਚ ਗੱਲਬਾਤ ਕਰਨ ਲਈ, ਉਹਦੇ ਵਿੱਚ ਕੋਈ ਸਾਂਝੀ ਰਾਏ ਬਣਾਵੋ। ਉਸ ਰਾਏ ਤੋਂ ਬਾਅਦ ਫਿਰ ਦੇਸ਼ ਵਿੱਚ ਇੱਕ ਵੱਡਾ ਮੋਰਚਾ ਜਿਹੜਾ ਸੰਘਰਸ਼ਾਂ ਦਾ ਬਣੇ, ਫਿਰਕੂ ਫਾਸ਼ੀਵਾਦ ਦਾ ਮੁਕਾਬਲਾ ਕਰਨ ਲਈ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਮੁਕਾਬਲਾ ਕਰਨ ਲਈ, ਉਹ ਫਿਰ ਬਣ ਸਕਦਾ ਆ। ਮੇਰੀ ਨਿਮਰਤਾ ਨਾਲ ਅਪੀਲ ਆ ਵੀ ਸਾਰੇ ਅਗਾਂਹ ਵਧੂ ਲੋਕਾਂ ਨੂੰ, ਕਮਿਊਨਿਸਟਾਂ ਦੇ ਸਮਰਥਕਾਂ ਨੂੰ, ਜਿਹੜੇ ਦੇਸ਼ ਵਿੱਚ ਪੂੰਜੀਵਾਦ ਦਾ ਖਾਤਮਾ ਚਾਹੁੰਦੇ ਆ ਅਤੇ ਕੋਈ ਸਾਂਝੀਵਾਲਤਾ ਦਾ ਰਾਜ ਚਾਹੁੰਦੇ ਆ, ਉਹਨਾਂ ਨੂੰ ਇਹ ਏਕਤਾ ਕਰਾਉਣ ਵਿੱਚ, ਇਕੱਠੇ ਹੋ ਕੇ ਤੁਰਨ ਵਿੱਚ
ਸਹਾਈ ਸਿੱਧ ਹੋਣਾ ਚਾਹੀਦਾ। ਸਾਰੇ ਲੋਕਾਂ 'ਤੇ ਜ਼ੋਰ ਪਾਉਣਾ ਚਾਹੀਦਾ ਕਿ ਉਹ ਛੋਟੇ ਮਤਭੇਦ ਪਾਸੇ ਰੱਖਦਿਆਂ ਹੋਇਆਂ ਜਿਹੜੀ ਲੜਨ ਵਾਲੀ ਸਾਂਝੀ ਗਰਾਊਂਡ ਬਣ ਸਕਦੀ ਆ ਉਹਦੇ ਦੁਆਲੇ ਇਕੱਠੇ ਹੋਈਏ। ਮੈਂ ਸਮਝਦਾ ਹਾਂ ਕਮਿਊਨਿਸਟਾਂ ਦਾ ਵੀ ਅਤੇ ਦੇਸ਼ ਦੇ ਕਿਰਤੀ ਲੋਕਾਂ ਦਾ ਭਵਿੱਖ ਜਿਹੜਾ ਆ ਇਸ ਵਿੱਚ ਹੀ ਉਜਲਾ ਰਹੇਗਾ, ਇਸ ਵਿੱਚ ਹੀ ਦੇਸ਼ ਦਾ ਭਲਾ ਰਹੇਗਾ। ਇਹ ਮੇਰੀ ਬੇਨਤੀ ਜ਼ਰੂਰ ਆ। ਮੈਨੂੰ ਆਸ ਹੈ ਪੂਰੀ ਕਿ ਕਮਿਊਨਿਸਟ ਨੇਤਾ ਵੀ ਮੇਰੀ ਬੇਨਤੀ ਨੂੰ ਸੁਣਨਗੇ ਔਰ ਜਿਹੜੇ ਸਾਡੇ ਸਮਰਥਕ ਆ ਬਾਹਰ ਬੈਠੇ ਉਹ ਵੀ ਵੱਖ-ਵੱਖ ਧਿਰਾਂ ਨੂੰ ਜ਼ਰੂਰ ਪ੍ਰੇਰਨਾ ਕਰਨਗੇ ਵੀ ਉਹ ਹਉਮੈ ਨੂੰ ਛੱਡ ਕੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਆਪਣੀ ਏਕਤਾ ਕਰਨ। ਹਉਮੈ ਨਾਲ ਕੁਝ ਨਹੀਂ ਬਣਨਾ, ਨਿਮਰਤਾ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਮੈਂ ਆਪਣੀ ਪਾਰਟੀ ਵੱਲੋਂ ਜ਼ਰੂਰ ਬੇਨਤੀ ਕਰਦਾ ਕਿ ਅਸੀਂ ਇਸ ਰਾਹ 'ਤੇ ਤੁਰਨ ਦਾ ਯਤਨ ਕਰਾਂਗੇ। ਧੰਨਵਾਦ।